अस्सलाम वालेकुम दोस्तों। आयतुल्ला अली खामनाई दी शहादत तो बाद ईरान दे अंदर जेड़ा जंग है, वैसे तो ये पहले भी यकतरफा जंग ही सी। पहले फलस्तीन दी जेड़ी 2.5 साल तबाही कीती गई, पूरी मुस्लिम दुनिया ਉਹਨੂੰ ਵੇਖਦੀ ਰਹੀ। ਯਮਨ ਦੇ ਉੱਤੇ ਬੰਬਾਰੀ ਕੀਤੀ ਜਿਸ ਤਰ੍ਹਾਂ, ਬਲਕਿ ਉਸ ਤੋਂ ਵੀ ਪਹਿਲਾਂ ਅਸੀਂ ਵੇਖੀਏ ਤੇ ਜਿਵੇਂ ਈਰਾਨ ਨੂੰ, ਲੀਬੀਆ ਨੂੰ, ਮੁਅੰਮਰ ਕਜ਼ਾਫੀ ਨੂੰ ਸ਼ਹੀਦ ਕੀਤਾ ਗਿਆ, ਸੁਦਾਮ ਹੁਸੈਨ ਦਾ ਤਖਤਾ ਉਲਟਿਆ ਔਰ ਫਿਰ ਉਹਨੂੰ ਫਾਂਸੀ ਦਿੱਤੀ ਗਈ। ਸ਼ਾਮ ਦੇ ਅੰਦਰ ਬਸ਼ਾਰੁਲ ਅਸਦ ਦੀ ਹਕੂਮਤ ਨੂੰ ਗਿਰਾ ਕੇ ਉੱਥੇ ਆਪਣੇ ਲੋਕ ਲਿਆਂਦੇ ਗਏ। ਇੰਝ ਹੀ ਈਰਾਨ ਇੱਕ ਵਾਹਿਦ ਮੁਲਕ ਸੀ ਕਿ ਜਿਹੜਾ ਅਮਰੀਕਾ ਨੂੰ ਖਟਕਦਾ ਸੀ ਕਿ ਉਹ ਫਲਸਤੀਨੀਆਂ ਦੀ ਮਦਦ ਕਰਦਾ ਹੈ। ਔਰ ਈਰਾਨ ਦਾ ਜਿਹੜਾ ਆਇਲ ਹੈ ਉਹਦੇ ਤੇ ਰਾਲਾਂ ਟਪਕ ਰਹੀਆਂ ਸੀ ਅਮਰੀਕਾ ਦੀਆਂ ਕਿ ਉਹ ਈਰਾਨੀ ਆਇਲ ਨੂੰ ਆਪਣੀ ਮਰਜ਼ੀ ਨਾਲ ਵਰਤਣਾ ਚਾਹੁੰਦਾ ਸੀ ਔਰ ਉਹਦੇ ਤੋਂ ਮੁਨਾਫਾ ਕਮਾਉਣ ਦੇ ਲਈ ਉਹਨਾਂ ਇੱਕ ਜਿਹੜਾ ਘਿਨੌਣਾ ਖੇਲ ਖੇਲਿਆ ਹੈ ਜੰਗ ਦਾ। ਇੱਕ ਤਰ੍ਹਾਂ ਦੀ ਯਕਤਰਫਾ ਜੰਗ ਹੈ। ਯਕਤਰਫਾ ਮੈਂ ਇਸ ਲਈ ਕਹਿ ਰਿਹਾ ਵਾਂ, ਇਹ ਅਗਰਚੇ ਈਰਾਨ ਨੇ ਬੜੇ ਸ਼ਾਨਦਾਰ ਤਰੀਕੇ ਨਾਲ ਮੁਜ਼ਾਮਤ ਕੀਤੀ, ਉਹਦੇ ਜਵਾਬ ਦਿੱਤੇ ਨੇ, ਮਗਰ ਯਕਤਰਫਾ ਇਸ ਸੈਂਸ 'ਚ ਕਿ ਯਾਰ ਇੱਕ ਪਾਸੇ $950 ਅਰਬ ਦਾ ਜੰਗੀ ਬਜਟ ਹੈ ਪੈਂਟਾਗਨ ਕੋਲ, ਔਰ ਦੂਜੇ ਪਾਸੇ 15 ਤੋਂ 20 ਅਰਬ ਡਾਲਰ ਦਾ ਬਜਟ ਹੈ ਸਿਰਫ। ਔਰ ਇਹ ਉਹ ਮੁਲਕ ਹੈ ਜਿਹਦੇ ਤੇ 40 ਸਾਲ ਤੋਂ ਪਾਬੰਦੀਆਂ ਲੱਗੀਆਂ ਹੋਈਆਂ ਨੇ। ਔਰ ਦੂਜੇ ਪਾਸੇ ਅਮਰੀਕਾ ਉਹ ਮੁਲਕ ਹੈ ਕਿ ਜਿਹੜਾ ਪੂਰੀ ਦੁਨੀਆ ਦੀ ਦੌਲਤ ਲੁੱਟ ਕੇ ਉਹਨਾਂ ਦੇ ਵਸਾਇਲ ਤੇ ਕੁਦਰਤੀ ਵਸੀਲਿਆਂ ਤੇ ਕਬਜ਼ਾ ਜਮਾਉਂਦਾ ਹੈ। ਅਮਰੀਕਾ ਉਹੀ ਮੁਲਕ ਹੈ ਜਿਹਨੇ ਕੁਝ ਹਫ਼ਤੇ ਪਹਿਲਾਂ ਮੋਡੋਰੋ ਜਿਹੜੇ ਨੇ ਵੈਨਜ਼ੁਏਲਾ ਦੇ ਮੁੰਤਖਬ ਸਦਰ ਜਿਹੜੇ ਆ ਉਹ ਬੀਵੀ ਸਮੇਤ ਉਹਨਾਂ ਨੂੰ ਅਗਵਾ ਕੀਤਾ ਔਰ ਆਪਣੇ ਮੁਲਕ ਲਿਜਾ ਕੇ ਤੇ ਕੈਦਖਾਨੇ 'ਚ ਰੱਖਿਆ ਹੋਇਆ ਹੈ। ਇਹ ਉਹੀ ਅਮਰੀਕਾ ਹੈ ਜਿਹਨੇ ਕਿਊਬਾ ਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ ਨੇ। ਤਾਂ ਅਮਰੀਕਾ ਦਰਅਸਲ ਦੁਨੀਆ ਦੀ ਥਾਣੇਦਾਰੀ ਆਪਣੇ ਹੱਥ 'ਚ ਰੱਖਦਾ ਹੈ ਕਿਉਂਕਿ ਉਹਨੇ ਦੁਨੀਆ ਭਰ ਦੇ ਵਸਾਇਲ ਲੁੱਟਣੇ ਨੇ ਔਰ ਉਸ ਲੁੱਟਮਾਰ ਦਾ ਕੁਝ ਹਿੱਸਾ ਜ਼ਾਹਿਰ ਹੈ ਉਹ ਜੰਗੀ ਬਜਟ। ਔਰ ਫਿਰ ਜੰਗ ਨੂੰ ਅਲੱਗ ਤੋਂ ਜੰਗੀ ਅਸਲਾ ਸਾਜ਼ੀ ਦੀ ਜਿਹੜੀ ਸਨਅਤ ਹੈ ਉਹਨੂੰ ਇੱਕ ਸਨਅਤ ਬਣਾ ਦਿੰਦਾ ਹੈ ਜੰਗ ਨੂੰ। ਤੇ ਜੰਗਾਂ ਜ਼ਾਹਿਰ ਹੋਣਗੀਆਂ ਤੇ ਉਹਦਾ ਅਸਲਾ ਵਿਕੇਗਾ। ਇੱਕ ਪਾਸੇ ਉਹ ਅਸਲਾ ਵੇਚ ਕੇ ਮੁਨਾਫਾ ਕਮਾਉਂਦਾ ਹੈ ਔਰ ਦੂਜੇ ਪਾਸੇ ਆਪਣੀ ਜਾਰਹਾਨਾ ਪਾਲਿਸੀਆਂ ਦੇ ਨਤੀਜੇ 'ਚ ਗਲਬਾ ਆਪਣਾ ਅਸਲੇ ਦੇ ਜ਼ੋਰ ਤੇ ਜਿਹੜਾ ਹੈ ਉਹ ਦੁਨੀਆ ਦੇ ਉੱਤੇ ਗਲਬਾ ਰੱਖ ਕੇ ਤੇ ਉਹ ਦੁਨੀਆ ਦੀ ਨੰਬਰਦਾਰੀ ਕਰਦਾ ਹੈ, ਥਾਣੇਦਾਰੀ ਕਰਦਾ ਹੈ। ਈਰਾਨ ਉਹ ਵਾਹਿਦ ਮੁਲਕ ਸੀ ਕਿ ਜਿਹੜਾ ਫਲਸਤੀਨ ਦੀ ਬਹਰਹਾਲ ਬਹੁਤ ਮਦਦ ਕਰ ਰਿਹਾ ਸੀ। ਔਰ ਈਰਾਨ ਉਹ ਮੁਲਕ ਹੈ ਖਾਸ ਕਰ ਮੁਸਲਿਮ ਦੁਨੀਆ ਦੇ ਅੰਦਰ ਕਿ ਜਿਹੜਾ ਬਹਾਦਰੀ ਨਾਲ, ਜੁਰਅਤ ਨਾਲ, ਖੁਦਦਾਰੀ ਨਾਲ ਖਲੋਤਾ ਹੋਇਆ ਸੀ, ਜਿਹਨੇ 40 ਸਾਲਾਂ ਪਾਬੰਦੀਆਂ ਬਰਦਾਸ਼ਤ ਕੀਤੀਆਂ। ਔਰ ਅਲੀ ਖਾਮਨਾਈ ਦੀ ਜਿਹੜੀ ਸ਼ਹਾਦਤ ਹੈ ਤੁਸੀਂ ਉਹ ਵੀ ਵੇਖੋ, ਉਹਦੇ ਤੇ ਤੁਸੀਂ ਵੀਡੀਓਜ਼ ਵੇਖੀਆਂ ਹੋਣਗੀਆਂ ਕਿ ਜਦੋਂ ਉਹਨਾਂ ਨੂੰ ਕਿਹਾ ਜਾ ਰਿਹਾ ਸੀ ਕਿ ਬੰਕਰ ਦੇ 'ਚ ਚਲੇ ਜਾਓ ਤੇ ਉਹਨਾਂ ਨੇ ਕਿਹਾ ਕਿ ਮੈਂ ਸਾਰੇ ਮੇਰੇ 9 ਕਰੋੜ ਆਵਾਮ ਤੇ ਬੰਕਰ ਦੇ 'ਚ ਨਹੀਂ ਹੈਗੇ ਨਾ, ਤੇ ਮੈਂ ਆਪਣੇ ਆਵਾਮ ਦੇ ਨਾਲ ਹੀ ਰਵਾਂਗਾ। ਆਪਣੇ ਆਵਾਮ ਦੇ ਔਰ ਆਪਣੀ ਅਣਖ ਦੇ ਉੱਤੇ ਔਰ ਆਪਣੀ ਆਵਾਮ ਦੇ ਹਟ ਕੇ ਫਲਸਤੀਨੀਆਂ ਦੇ ਨਾਲ ਇਜ਼ਹਾਰੇ ਯਕਜਹਿਤੀ ਜਿਸ ਤਰ੍ਹਾਂ ਜਿਸ ਖੂਬਸੂਰਤ ਅੰਦਾਜ਼ ਜ਼ਿੰਦਗੀ ਭਰ ਉਹਨਾਂ ਨੇ ਕੀਤਾ ਔਰ ਉਹਦੀ ਸਜ਼ਾ ਜਿਹੜੀ ਹੈ ਸ਼ੌਰੀ ਤੌਰ ਤੇ ਕਬੂਲ ਕੀਤੀ ਕਿ ਉਹਨੇ ਦੁਨੀਆ ਦੀ ਸੁਪਰ ਪਾਵਰ ਨੂੰ ਲਲਕਾਰਿਆ ਤੇ ਉਹਦੇ ਨਤੀਜੇ 'ਚ ਸ਼ਹੀਦ ਹੋਇਆ। ਅਸੀਂ ਜਿੱਥੇ ਅਮਰੀਕਾ ਦੀ ਮਜ਼ੰਮਤ ਕਰਦੇ ਹਾਂ ਉੱਥੇ ਅਸੀਂ ਈਰਾਨ ਦੇ ਆਵਾਮ ਦੇ ਨਾਲ ਇਜ਼ਹਾਰੇ ਯਕਜਹਿਤੀ ਵੀ ਕਰਦੇ ਹਾਂ, ਉਹਦੇ ਸ਼ਹੀਦਾਂ ਨੂੰ ਸਲਾਮ ਵੀ ਪੇਸ਼ ਕਰਦੇ ਹਾਂ। ਪਰ ਥੋੜ੍ਹੀ ਜਿਹੀ ਗੱਲ ਆਪਣੀ ਕਰੀਏ ਕਿ ਇਸ ਜੰਗ ਦੇ ਨਤੀਜਾ, ਵੈਸੇ ਤਾਂ ਓਵਰਆਲ ਪੂਰੀ ਦੁਨੀਆ 'ਚ ਜੰਗਾਂ ਜਿਹੜੀਆਂ ਨੇ ਉਹ ਮਹਿੰਗਾਈ ਦਾ ਤੂਫਾਨ ਪੈਦਾ ਕਰਦੀਆਂ ਨੇ ਔਰ ਸਰਮਾਇਆਦਾਰਾਂ ਦੀਆਂ ਤਿਜੋਰੀਆਂ 'ਚ ਮਜ਼ੀਦ ਮੁਨਾਫਾ ਜਿਹੜਾ ਹੈ ਉਹ ਵੱਧਦਾ। ਜੰਗਾਂ 'ਚ ਮੁਨਾਫੇ ਦੀ ਰੇਸ਼ੋ ਹੋਰ ਕਈ ਗੁਣਾ ਤੇਜ਼ ਹੋ ਜਾਂਦੀ ਹੈ, ਅਸਲਾ ਵੇਚਣ ਵਾਲੀਆਂ ਕੰਪਨੀਆਂ ਦੀ ਵੀ ਤੇ ਦੀਗਰ ਸਰਮਾਇਆਦਾਰ ਤਬਕੇ ਦੀ ਵੀ। ਇਹ ਔਰ ਦੂਜੇ ਪਾਸੇ ਜ਼ਾਹਿਰ ਹੈ ਕਿ ਜਿਹੜੇ ਆਵਾਮ ਹੁੰਦੇ ਨੇ ਉਹਨਾਂ ਦੀਆਂ ਜੇਬਾਂ, ਉਹਨਾਂ ਦੀ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਬੇਦਰਦੀ ਨਾਲ ਲੁੱਟੀ ਜਾਂਦੀ। ਦੁਬਈ 'ਚੋਂ ਜਿਹੜੇ ਆਪਣੇ ਆਪਣੇ ਵਤਨ ਨੂੰ ਜਾਣਾ ਚਾਹ ਰਹੇ ਨੇ, ਸੁਣਨਾ ਚਾਹੀਏ ਅੱਜ ਦੀ ਅਖਬਾਰ ਤੇ ਖਬਰ ਸੀ 7 ਕਰੋੜ ਰੁਪਏ ਤੱਕ ਦਾ ਟਿਕਟ ਜਿਹੜਾ ਹੈ ਉਹ ਲੈ ਰਹੀ ਹੈ ਕਿ ਇੱਕ ਫੈਮਿਲੀ ਕੇ ਨਿਕਲ ਹੋਏ ਤੋਂ 7-7 ਕਰੋੜ ਰੁਪਏ 'ਚ ਟਿਕਟ ਖਰੀਦ ਕੇ ਤੇ ਉਹ ਆਪਣੇ ਆਪ ਨੂੰ ਬਚਾਉਣਾ ਚਾਹ ਰਹੇ ਨੇ। ਅਰਬ ਮੁਲਕਾਂ ਦੇ ਅੰਦਰ ਵੀ ਇਹ ਵੇਖੀਏ ਕਿ ਜਿੱਥੇ ਜਿੱਥੇ ਅਮਰੀਕੀ ਅੱਡੇ ਸੀ ਉੱਥੇ ਈਰਾਨੀਆਂ ਨੇ ਅਟੈਕ ਕੀਤੇ ਨੇ ਔਰ ਬੜੀ ਦਰੁਸਤ ਉਹਨਾਂ ਨੇ ਆਪਣੀ ਹਕਮਤ ਅਮਲੀ ਅਪਣਾਈ ਹੈ ਕਿ ਅਮਰੀਕੀਆਂ ਨੂੰ, ਅਮਰੀਕਾ ਤੇ ਬੇਸ਼ੱਕ ਬਹੁਤ ਦੂਰ ਹੈ ਲੇਕਿਨ ਉਹਦੇ ਅੱਡੇ ਜਿਹੜੇ ਤੁਹਾਡੇ ਆਂਢ ਗੁਆਂਢ ਬੈਠੇ ਨੇ ਬਣੇ ਨੇ ਜਿੱਥੋਂ ਉਹਨਾਂ ਦੇ ਈਰਾਨ ਦੇ ਖਿਲਾਫ ਜਾਂ ਫਲਸਤੀਨ ਦੇ ਖਿਲਾਫ ਜਾਂ ਕਿਤੇ ਵੀ ਸਾਮਰਾਜ ਦੁਸ਼ਮਣ
ਕੁਵਤ ਦੇ ਖਿਲਾਫ ਹੋ ਸਕਦੀ ਸੀ ਕਾਰਵਾਈ, ਉੱਥੇ ਈਰਾਨ ਨੇ ਬੜੇ ਖੂਬਸੂਰਤੀ ਨਾਲ ਅਟੈਕ ਕੀਤੇ ਨੇ। ਈਰਾਨ ਬਹੁਤ ਕਮਜ਼ੋਰ ਹੈ, ਕੋਈ ਸ਼ੱਕ ਨਹੀਂ। ਮੈਂ ਦੁਬਾਰਾ ਅਰਜ਼ ਕਰਾਂ ਕਿ 950 ਅਰਬ ਦਾ ਪੈਂਟਾਗਨ ਦਾ ਬਜਟ ਔਰ ਇਧਰ 15 ਤੋਂ 20 ਅਰਬ ਡਾਲਰ ਦਾ ਬਜਟ, ਕੋਈ ਮੁਕਾਬਲਾ ਹੀ ਨਹੀਂ ਸਿਵਾਏ ਇਸ ਦੇ ਕਿ ਉਹ ਫਿਕਰੀ ਤੌਰ ਤੇ, ਨਜ਼ਰੀ ਤੌਰ ਤੇ ਉਹ ਆਪਣੇ ਜਜ਼ਬੇ ਦੇ ਨਾਲ, ਇਸ ਜਜ਼ਬੇ ਦੇ ਨਾਲ ਲੜ ਰਹੇ ਨੇ ਕਿ ਅਸੀਂ ਦੁਨੀਆ ਦੇ ਹਾਕਮ ਨੂੰ, ਗਾਸਬ ਨੂੰ, ਜ਼ਾਲਿਮ ਨੂੰ ਸ਼ਿਕਸਤ ਦੇਣੀ ਹੈ। ਉਹ ਬਜ਼ੁਰਗ ਸ਼ੈਤਾਨ ਬਜ਼ੁਰਗ ਗਿਣਦੇ ਨੇ ਅਮਰੀਕਾ ਨੂੰ, ਤੇ ਦਰੁਸਤ ਗਿਣਦੇ ਨੇ। ਜਿਹੜਾ ਅਮਰੀਕਾ ਪੂਰੀ ਦੁਨੀਆ ਦੇ ਉੱਤੇ ਕਤਲਾਂ ਦਾ, ਜੰਗਾਂ ਦਾ, ਖੂਨਖਾਰੀ ਦਾ ਇੱਕ ਸਿੰਬਲ ਬਣ ਕੇ ਰਹਿ ਗਿਆ ਹੈ, ਕਿ ਜਿਹੜਾ ਦੁਨੀਆ ਦੇ ਇਸ ਬੇਰਹਿਮੀ ਨਾਲ ਕਤਲ ਕਰਦਾ ਹੈ ਦੁਨੀਆ ਦੇ ਮੁਖਤਲਿਫ ਮਾਸੂਮ ਮੁਲਕਾਂ ਦੇ ਅੰਦਰ ਮਾਸੂਮ ਲੋਕਾਂ ਨੂੰ। ਜਿਵੇਂ ਉਹਨੇ ਈਰਾਨ ਦੇ ਅੰਦਰ ਵੀ ਕੋਈ 180 ਦੇ ਕਰੀਬ ਬੱਚੀਆਂ ਨੂੰ ਸਕੂਲ ਦੇ ਅੰਦਰ ਬੈਠੀਆਂ ਹੋਈਆਂ ਪ੍ਰਾਇਮਰੀ ਜਮਾਤ ਦੀਆਂ ਬੱਚੀਆਂ ਨੂੰ ਸ਼ਹੀਦ ਕੀਤਾ ਹੈ। ਇਹ ਦੁਨੀਆ ਦੇ ਜੰਗੀ ਜੁਰਮਾਂ 'ਚ ਆਉਂਦਾ। ਇਹ ਉਹ ਪਹਿਲੇ ਜੁਰਮ ਗਜ਼ਾ ਦੇ ਅੰਦਰ ਵੀ ਕਰ ਚੁੱਕੇ ਨੇ ਇਸਰਾਈਲ ਔਰ ਅਮਰੀਕਾ ਦੋਨੋਂ ਰਲ ਕੇ, ਜਿਹੜੇ ਉਹ ਇੱਥੇ ਹੁਣ ਰਿਪੀਟ ਕਰ ਰਹੇ ਨੇ। ਜਿਹੜੀ ਇਸਰਾਈਲ ਦੇ ਔਰ ਅਮਰੀਕਾ ਦੇ ਨਾਲ ਨਾਲ ਜਿਹੜੀ ਅਰਬ ਦੁਨੀਆ ਹੈ, ਉਹਦੀ ਖਾਮੋਸ਼ੀ ਜਾਂ ਉਹਦਾ ਈਰਾਨ ਦਾ ਸਾਥ ਨਾ ਦੇਣਾ ਖੁਸੂਸੀ ਤੌਰ ਤੇ, ਉਹ ਬਹਰਹਾਲ ਬਾਇਸ ਸ਼ਰਮ ਹੈ। ਇਹਦੇ ਤੇ ਵੀ ਗਵੇੜ ਹੋਣਾ ਚਾਹੀਦਾ। ਜਿਹੜੀ ਬੜੀ ਅਹਿਮ ਗੱਲ ਮੈਂ ਆਪਣੇ ਮੁਲਕ ਦੇ ਹਵਾਲੇ ਨਾਲ ਕਰਨਾ ਚਾਹਨਾ ਮੇਰੇ ਦੋਸਤੋ, ਪਤਾ ਨਹੀਂ ਏਡਾ ਲੰਬਾ ਵੀਲਾ ਕੋਈ ਵੇਖਦਾ ਕਿ ਨਹੀਂ ਵੇਖਦਾ, ਮਗਰ ਉਹ ਇਹ ਵੇ ਕਿ ਈਰਾਨ ਤਾਂ ਜੈਸੇ ਤੈਸੇ ਵੀ ਝੱਲ ਲਏਗਾ ਆਪਣੇ ਉੱਤੇ ਜੰਗ ਦੇ ਅਸਰਾਤ ਜਿਹੜੇ ਨੇ, ਉਹ ਆਪਣੇ ਆਵਾਮ ਨੂੰ ਸੰਭਾਲੇਗਾ, ਬਚਾਏਗਾ, ਜਿਵੇਂ ਉਹਨੇ ਪਹਿਲੇ ਵੀ 40 ਸਾਲਾ ਪਾਬੰਦੀਆਂ ਦੇ ਬਾਵਜੂਦ ਆਪਣੇ ਆਵਾਮ ਨੂੰ ਬਚਾਇਆ, ਮਹਿਫੂਜ਼ ਰੱਖਿਆ ਹੈ, ਜੋੜ ਕੇ ਰੱਖਿਆ ਹੈ। ਮਗਰ ਸਾਡਾ ਕੀ ਬਣੇਗਾ, ਇਹਦੇ ਤੇ ਜ਼ਰਾ ਗੌਰ ਕਰੋ ਕਿ ਸਾਡੀ ਮਈਸ਼ਤ ਹੁਣੇ ਹੀ ਹਿਚਕੋਲੇ ਖਾਣਾ ਸ਼ੁਰੂ ਹੋ ਗਈ ਹੈ। ਸਾਡੇ ਕੋਲ ਆਉਣ ਵਾਲੇ ਦਿਨਾਂ 'ਚ ਜਿਹੜਾ ਅਜੇ ਹਕੂਮਤ ਕਹਿ ਰਹੀ ਜੀ 28 ਦਿਨ ਦਾ ਸਾਡੇ ਕੋਲ ਪੈਟਰੋਲ ਦਾ ਜ਼ਖੀਰਾ ਮੌਜੂਦ ਹੈ, ਮਗਰ ਤੁਸੀਂ ਦੇਖਿਆ ਜੇ ਹਫਤੇ 10 ਦਿਨ ਦੇ ਵਿੱਚ ਹੀ ਇਹ ਜ਼ਖੀਰਾ ਅੰਦੋਜ਼ਾਂ ਨੇ ਇੰਜ ਦਾ ਤਾਸਰ ਦੇਣਾ ਕਿ ਪੈਟਰੋਲ ਦੀ ਸ਼ਾਰਟੇਜ ਹੋਏਗੀ ਔਰ ਪੈਟਰੋਲ ਜਿਹੜਾ ਮਹਿੰਗਾ ਹੋਏਗਾ। ਹਕੂਮਤ ਨੇ ਖੁਦ 8 ਦਿਨ ਬਾਅਦ ਉਹਦੀਆਂ ਕੀਮਤਾਂ ਜਿਹੜੀਆਂ ਅੱਗੇ 15 ਦਿਨ ਬਾਅਦ ਤੈਅ ਹੁੰਦੀਆਂ ਸੀ, ਹੁਣ 8 ਦਿਨ ਬਾਅਦ ਦਾ ਐਲਾਨ ਕਰ ਦਿੱਤਾ। ਯਾਨੀ ਕਿ ਆਵਾਮ ਦੇ ਉੱਤੇ ਇੱਕ ਮਹਿੰਗਾਈ ਦਾ ਇਹੋ ਜਿਹੀ ਖੌਫਨਾਕ ਕਿਆਮਤ ਖੇਜ਼ ਬੰਬਾਰੀ ਕੀਤੀ ਜਾਏਗੀ ਕਿ ਜਿਹੜੀ ਸ਼ਾਇਦ ਈਰਾਨੀ ਆਵਾਮ ਤੇ ਚਲੋ ਐਡੇ ਵੱਡੀ ਤਬਾਹੀ ਤੋਂ ਬਾਅਦ ਭੁਗਤੇ ਤੇ ਸਮਝ ਆਉਂਦੀ ਹੈ, ਮਗਰ ਅਸੀਂ ਘਰ ਬੈਠੇ ਹੀ ਉਹਦੀ ਤਪਸ਼ ਜਿਹੜੀ ਹੈ, ਉਹਦਾ ਸੇਕ ਜਿਹੜਾ ਹੈ, ਉਹਦੇ ਅਸਰਾਤ ਜਿਹੜੇ ਨੇ ਉਹ ਚੱਲ ਰਹੇ ਹੋਵਾਂਗੇ। ਇੱਥੇ ਜ਼ਖੀਰਾ ਅੰਦੋਜ਼ਾਂ ਨੇ ਆਪਣੇ ਤੌਰ ਤੇ ਕਰਨਾ ਹੈ, ਔਰ ਫਿਰ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਹੈ, ਉਹ ਟੈਕਸ ਲਾ ਕੇ ਤੇ ਉਹ ਆਪਣੇ ਧੰਦੇ, ਉਹ ਵੀ ਸਾਰੇ ਮਾਮਲਾਤ ਜਿਹੜੇ ਨੇ ਉਹ ਤੁਸੀਂ ਬੜਾ ਅੱਛੀ ਤਰ੍ਹਾਂ ਜਾਣਦੇ ਹੋ। ਜਿਹੜਾ ਵਾਕਿਆ ਹੀ ਈਰਾਨ ਨੇ ਜਿਹੜੀ ਕੀਤੀ ਹੈ, ਉਹਦੇ ਤੇਲ ਦੀਆਂ ਰਸਤੇ 'ਚ ਰੁਕਾਵਟਾਂ ਪੈਦਾ ਹੋਈਆਂ ਨੇ, ਫਲਾਈਟਸ ਕੈਂਸਲ ਹੋ ਰਹੀਆਂ ਨੇ, ਔਰ ਜੰਗ ਦੇ ਜਿਹੜੇ ਅਸਰਾਤ ਨੇ ਉਹਨਾਂ ਦੇ ਨਤੀਜੇ ਹੀ ਤਾਂ ਜਿਹੜੀ ਆਣੀ ਹੈ ਮਹਿੰਗਾਈ ਦੀ ਲਹਿਰ, ਉਹ ਅਜੇ ਕੋਈ 2 ਹਫ਼ਤੇ ਸ਼ਾਇਦ ਠਹਿਰ ਕੇ ਆਉਂਦੀ। ਮਗਰ ਸਾਡੇ ਵਰਗੇ ਮੁਲਕ 'ਚ ਤੁਸੀਂ ਵੇਖਣਾ ਅੱਜ ਤੋਂ ਹੀ ਸ਼ੁਰੂ ਹੋ ਗਈਆਂ ਨੇ ਚੀਜ਼ਾਂ ਕਿ ਉਹ ਜਿਹੜੇ ਮਸਨੂਈ ਮਹਿੰਗਾਈ ਕਰਨ ਵਾਲੇ ਜ਼ਖੀਰਾ ਅੰਦੋਜ਼ ਨੇ, ਮੁਨਾਫਾਖੋਰ ਨੇ, ਮਾਫੀਆਦ ਨੇ, ਉਹ ਬਿਲਕੁਲ ਸਰਗਰਮ ਹੋ ਗਏ ਨੇ। ਔਰ ਤੁਸੀਂ ਵੇਖੋਗੇ ਕਿ ਉਹ ਆਵਾਮ ਦੀ ਖੱਲ ਜਿਹੜੀ ਹੈ ਉਹ ਛਿੱਲ ਕਿਵੇਂ ਲਾਉਂਦੇ ਨੇ, ਖੱਲ ਕਿਵੇਂ ਉਤਾਰਦੇ ਨੇ, ਖੂਨ ਕਿਵੇਂ ਨਿਚੋੜਦੇ ਨੇ। ਬਿਹਤਰ ਇਹ ਵੇ ਕਿ ਆਵਾਮ ਵੀ ਥੋੜ੍ਹੇ ਜਿਹਾ ਹੋਸ਼ ਦੇ ਨਾਖਣ ਲੈਣ ਤੇ ਆਪਣੇ ਹੱਕ ਲਈ ਆਵਾਜ਼ ਚੁੱਕਣ। ਇਹ ਮਹਿੰਗਾਈ ਘਟਣੀ ਚਾਹੀਦੀ ਹੈ, ਔਰ ਅਗਰ ਕੋਈ ਸ਼ਾਰਟੇਜ ਔਰ ਤੰਗੀ ਆਉਂਦੀ ਹੈ ਤੇ ਉਹ ਗਰੀਬਾਂ ਦੇ ਉੱਤੇ ਉਹਦਾ ਬੋਝ ਨਹੀਂ ਜਾਣਾ ਚਾਹੀਦਾ। ਉਮਰਾ ਵੀ, ਵਜ਼ਰਾ ਵੀ ਕੋਈ ਥੋੜ੍ਹੀ ਬਹੁਤ ਕੁਰਬਾਨੀ ਦੇਣ, ਉਹ ਆਪਣੇ ਉਹ ਜਿਹੜੇ ਅਸਾਸੇ ਨੇ ਉਹਦੇ ਵਿੱਚੋਂ ਕੁਝ ਆਵਾਮ ਲਈ, ਕੁਝ ਮੁਲਕੀ ਖਜ਼ਾਨੇ ਲਈ ਕੁਝ ਕੱਢਣ ਨਾ, ਉਹ ਕੋਈ ਕੁਰਬਾਨੀ ਦੇਣ ਨੂੰ ਤਿਆਰ ਨਹੀਂ। ਜੋ ਕੁਰਬਾਨੀ ਉਹਨਾਂ ਲੈਣੀ ਹੈ ਉਹ ਪਾਕਿਸਤਾਨੀ ਆਵਾਮ ਤੋਂ ਲੈਣੀ ਹੈ। ਪਾਕਿਸਤਾਨੀ ਆਵਾਮ ਨੂੰ ਵੀ, ਮਿਹਨਤ ਕਸ਼ਾਂ ਨੂੰ ਵੀ, ਮਜ਼ਦੂਰਾਂ ਤੇ ਕਿਸਾਨਾਂ ਨੂੰ ਵੀ ਮੁਨਜ਼ਮ ਹੋ ਕੇ ਆਪਣੇ ਹਕੂਕ ਦੇ ਤਹਫੁਜ਼ ਦੀ ਜਦੋਜਹਿਦ ਸ਼ੁਰੂ ਕਰਨ ਦੀ ਜ਼ਰੂਰਤ ਹੈ। ਅਮਰੀਕਾ ਮੁਰਦਾਬਾਦ, ਇਸਰਾਈਲ ਮੁਰਦਾਬਾਦ। ਬੇਸ਼ੱਕ ਇਹ ਗੱਲ ਵੀ ਜ਼ਰੂਰੀ ਹੈ ਕਿ ਅਮਰੀਕੀ ਔਰ ਇਸਰਾਈਲੀ ਜੰਗਾਂ ਜਿਹੜੀਆਂ ਨੇ ਸਾਮਰਾਜੀਅਤ ਦੀ ਘਿਨੌਣੀ ਔਰ ਲਾਜ਼ਮੀ ਜਿਹੜੀ ਇਹ ਸੂਰਤ ਹੈਗੀਆਂ ਨੇ ਕਿ ਸਾਮਰਾਜੀਅਤ ਚੱਲ ਹੀ ਨਹੀਂ ਸਕਦੀ ਇਹਦੇ ਬਗੈਰ ਕਿ ਉਹ ਜੰਗਾਂ ਕਰੇ, ਉਹ ਕਬਜ਼ੇ ਕਰੇ, ਮਜ਼ੀਦ ਕਬਜ਼ੇ ਕਰੇ, ਮਜ਼ੀਦ ਇਸਤੇਸਾਲ ਕਰੇ ਲੋਕਾਂ ਦਾ, ਔਰ ਉਹਨੂੰ ਇਨਸਾਨੀ ਜਾਨਾਂ ਨਾਲ ਕੋਈ ਪਰਵਾਹ ਨਹੀਂ। ਜਿਹੜੀ ਅਸੀਂ ਗਜ਼ਾ 'ਚ ਵੀ ਵੇਖ ਚੁੱਕੇ ਹਾਂ, ਜਿਹੜੀ 10 ਲੱਖ ਲੋਕ ਇਰਾਕ ਦੇ ਜਿਹੜੇ ਤਬਾਹ ਬਰਬਾਦ ਹੋਏ
ਹੋਏ, ਮਾਰ ਦਿੱਤੇ ਗਏ, ਉਹ ਵੀ ਅਸੀਂ ਵੇਖ ਚੁੱਕੇ ਹਾਂ। ਉਦੋਂ ਪਹਿਲੇ ਵੀਅਤਨਾਮ ਦੀ ਤਬਾਹੀ ਵੇਖ ਚੁੱਕੇ ਹਾਂ, ਕਿਊਬਾ ਦੇ ਉੱਤੇ ਕਈ ਸਾਲਾਂ ਪਾਬੰਦੀਆਂ ਵੇਖ ਚੁੱਕੇ ਹਾਂ ਅਮਰੀਕਾ ਦੀਆਂ। ਹੁਣ ਜ਼ਰੂਰਤ ਇਸ ਗੱਲ ਦੀ ਹੈ ਕਿ ਲੋਕ ਆਵਾਮ ਇਸ ਗੱਲ ਨੂੰ ਸਮਝਣ ਕਿ ਸਾਮਰਾਜੀ ਜੰਗਾਂ ਦੇ ਖਿਲਾਫ ਇਨਕਲਾਬੀ ਔਰ ਤਬਕਾਤੀ ਬੁਨਿਆਦਾਂ 'ਤੇ ਇਨਕਲਾਬੀ ਸ਼ਊਰ ਹਾਸਲ ਕਰਦੇ ਹੋਏ ਸੋਸ਼ਲਿਸਟ ਸਮਾਜ ਪੈਦਾ ਕਰਨ ਵਾਸਤੇ ਆਪਣੇ ਆਵਾਮ ਨੂੰ ਮੁਤਹਿਦ ਔਰ ਮੁਨਜ਼ਮ ਕੀਤਾ ਜਾਏ ਔਰ ਉਹਦੇ 'ਚ ਆਪਣਾ ਹਿੱਸਾ ਪਾਇਆ ਜਾਏ। ਇਹੀ ਇੱਕ ਬਿਹਤਰੀਨ ਰਸਤਾ ਹੈ ਜਿਹੜਾ ਨਜਾਤ ਹੈ ਇਨਸਾਨੀਅਤ ਦੀ, ਜਿਹੜਾ ਦੁਨੀਆ ਨੂੰ ਜੰਗਾਂ ਤੋਂ ਬਚਾ ਸਕਦਾ ਹੈ, ਜਿਹੜਾ ਦੁਨੀਆ ਨੂੰ ਇਸਤਿਹਸਾਲ ਤੋਂ ਬਚਾ ਸਕਦਾ ਹੈ, ਔਰ ਜਿਹੜਾ ਇਨਸਾਨਾਂ ਦੇ ਇਨਸਾਨੀ ਹਕੂਕ ਦਾ ਤਹਫੁਜ਼ ਕਰ ਸਕਦਾ ਹੈ। ਬਹੁਤ ਬਹੁਤ ਸ਼ੁਕਰੀਆ।